ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਅਸੀਂ ਇੱਕ ਵਾਰੀ ਫਿਰ ਤੋਂ ਜ਼ੋਰਦਾਰ ਸਵਾਗਤ ਕਰਦੇ ਹਾਂ। ਦੋਸਤੋ, ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਆਪਣੇ ਵਚਨ ਦੀ ਸੰਗਤੀ ਕਰਨ ਦਾ ਮੌਕਾ ਦਿੱਤਾ ਹੈ। ਇਸ ਕਰਕੇ ਅਸੀਂ ਤੁਹਾਡੇ ਸਾਹਮਣੇ ਉਹਦੇ ਵਚਨ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ ਪੇਸ਼ ਹੋਏ ਹਾਂ। ਪਿਆਰੇ ਦਰਸ਼ਕੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਵੇਖ ਰਹੇ ਸੀ ਕਿ ਜਦੋਂ ਮਰੀਅਮ ਨੂੰ ਪਰਮੇਸ਼ਰ ਦੇ ਦੂਤ ਨੇ ਇਹ ਸੰਦੇਸ਼ ਦਿੱਤਾ ਕਿ ਉਹਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ ਅਤੇ ਉਹਨੂੰ ਪ੍ਰਭੂ ਯਿਸੂ ਜੀ ਨੂੰ ਜਨਮ ਦੇਣ ਦੇ ਲਈ ਚੁਣਿਆ ਗਿਆ ਹੈ, ਜਦ ਕਿ ਉਹ ਅਜੇ ਕੁਵਾਰੀ ਸੀ, ਤਾਂ ਉਸਨੇ ਸਵਰਗਦੂਤ ਦੇ ਇਸ ਸੰਦੇਸ਼ ਨੂੰ ਕਿਵੇਂ ਗ੍ਰਹਿਣ ਕੀਤਾ ਅਤੇ ਉਸ ਸੰਦੇਸ਼ ਦੇ ਪ੍ਰਤੀ ਉਸਦੀ ਕੀ ਪ੍ਰਤੀਕਿਰਿਆ ਸੀ। ਹੁਣ ਅਸੀਂ ਇਸ ਦੇ ਬਾਕੀ ਦੇ ਹਿੱਸੇ ਦੇ ਉੱਤੇ ਗੌਰ ਕਰਾਂਗੇ। ਅੱਜ ਅਸੀਂ ਵੇਖਾਂਗੇ ਕਿ ਇਸ ਖਬਰ ਦਾ ਯੂਸਫ, ਜੋ ਕਿ ਮਰੀਅਮ ਦਾ ਮੰਗੇਤਰ ਸੀ, ਉਸ ਦੇ ਉੱਤੇ ਕੀ ਪ੍ਰਭਾਵ ਪਿਆ। ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਬਾਈਬਲ ਬਾਣੀ ਦੇ ਵਿੱਚੋਂ ਮੱਤੀ ਦੀ ਅੰਜੀਲ ਦੇ ਪਹਿਲੇ ਅਧਿਆਇ ਦੀ 18 ਆਇਤ ਤੋਂ ਲੈ ਕੇ 25 ਆਇਤਾਂ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰਾਂਗੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸੁਪਨੇ ਬਾਰੇ ਗੱਲ ਕਰਾਂਗੇ। ਆਓ ਇਸ ਦੀ ਰੂਪਰੇਖਾ ਨੂੰ ਸਮਝਦੇ ਹਾਂ। ਨੰਬਰ 1, ਖੋਜ। ਨੰਬਰ 2, ਦੁਵਿਧਾ। ਇਸ ਦੇ ਵਿੱਚ ਅਸੀਂ ਵੇਖਾਂਗੇ ਕਿ ਮਰੀਅਮ ਨੂੰ ਲੈ ਕੇ ਯੂਸਫ ਦੀ ਦੁਵਿਧਾ ਕੀ ਹੈ। ਇਹ ਮਰੀਅਮ ਦੇ ਹੋਣ ਵਾਲੇ ਪਤੀ ਯੂਸਫ ਦੇ ਨਾਲ ਸੰਬੰਧਿਤ ਹੈ। ਅਸੀਂ ਵੇਖਾਂਗੇ ਕਿ ਜਦੋਂ ਯੂਸਫ ਨੂੰ ਪਤਾ ਲੱਗਾ ਕਿ ਮਰੀਅਮ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੈ, ਤਾਂ ਉਸਦੀ ਇਸ ਗੱਲ ਬਾਰੇ ਕੀ ਪ੍ਰਤੀਕਿਰਿਆ ਸੀ। ਜਦੋਂ ਉਸਨੇ ਪ੍ਰਭੂ ਪਰਮੇਸ਼ਵਰ ਦੇ ਸਵਰਗਦੂਤ ਦੇ ਸੰਦੇਸ਼ ਨੂੰ ਸੁਣਿਆ ਤਾਂ ਉਹਨੇ ਕੀ ਕੀਤਾ। ਅਸੀਂ ਵੇਖਾਂਗੇ ਕਿ ਉਹ ਯਿਸੂ ਨੂੰ ਆਪਣੇ ਘਰ ਲੈ ਕੇ ਆਇਆ ਅਤੇ ਉਹਨੇ ਯਿਸੂ ਨੂੰ ਆਪਣੇ ਦਿਲ ਵਿੱਚ ਵਸਾਇਆ। ਤਾਂ ਫਿਰ ਦੋਸਤੋ, ਆਓ ਆਪਣੇ ਇਸ ਅਧਿਐਨ ਨੂੰ ਬਿਨਾਂ ਸਮਾਂ ਗਵਾਏ ਸ਼ੁਰੂ ਕਰਦੇ ਹਾਂ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੋ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਜ਼ਰੂਰ ਆਸ਼ੀਸ਼ ਪਾਓਗੇ। ਆਓ ਇਸ ਭਜਨ ਨੂੰ ਸੁਣਦੇ ਹਾਂ।
ਤਦ ਮੇਰੀ ਹੱਡੀਆਂ, ਮੈਂ ਜਦ ਚੁੱਪ ਰਿਹਾ ਤਦ ਮੇਰੀ ਹੱਡੀਆਂ ਕਰਾਹਦੇ ਹੋਏ ਸਾਰਾ ਦਿਨ ਘੁਲ ਗਿਆ, ਕਰਾਹਦੇ ਹੋਏ ਸਾਰਾ ਦਿਨ ਘੁਲ ਗਿਆ। ਉਹ ਤਨ ਜਿਹਦੇ ਬਖਸ਼ੇ ਗਏ ਸਭ ਗੁਨਾਹ ਤੇ ਢਕੇ ਗਏ ਸਾਰੇ ਔਗੁਣ ਸਦਾ। ਗੁਨਾਹ ਦਾ ਇਕਰਾਰ ਇਹ ਮੰਨ ਲਿਆ ਮੈਂ ਤੇ ਹਾਂ ਡਾਢਾ ਬਦਕਾਰ, ਇਹ ਮੰਨ ਲਿਆ ਮੈਂ ਤੇ ਹਾਂ ਡਾਢਾ ਬਦਕਾਰ। ਉਹ ਤਨ ਜਿਹਦੇ ਬਖਸ਼ੇ ਗਏ ਸਭ ਗੁਨਾਹ ਤੇ ਢਕੇ ਗਏ ਸਾਰੇ ਔਗੁਣ ਸਦਾ। ਉਹ ਤਨ ਜਿਹਦੇ ਬਖਸ਼ੇ ਗਏ ਸਭ ਗੁਨਾਹ ਤੇ ਢਕੇ ਗਏ ਸਾਰੇ ਔਗੁਣ ਸਦਾ। ਸਰੋਤਾ ਦੋਸਤੋ, ਅੱਜ ਦੇ ਇਸ ਦਿਸ਼ਾ ਪ੍ਰਵਰਤਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਸੁਪਨਾ ਮੱਤੀ 1 ਦੇ 18 ਵਚਨ ਤੋਂ ਲੈ ਕੇ 25 ਵਚਨਾਂ ਤੱਕ। ਨੰਬਰ 1 ਖੋਜ, ਨੰਬਰ 2 ਦੁਬਿਧਾ, ਨੰਬਰ 3 ਸੁਪਨਾ। ਭਾਗ ਊੜਾ ਵਿਆਖਿਆ, ਭਾਗ ਐੜਾ ਨਿਰਦੇਸ਼, ਭਾਗ ਈੜੀ ਪ੍ਰਕਾਸ਼। ਨੰਬਰ 4 ਫੈਸਲਾ, ਨੰਬਰ 5 ਦ੍ਰਿੜ ਸੰਕਲਪ। ਭਾਗ ਊੜਾ ਉਹ ਉਸ ਨੂੰ ਆਪਣੇ ਘਰ ਵਿੱਚ ਲੈ ਆਇਆ, ਭਾਗ ਐੜਾ ਉਹਨੇ ਉਸ ਨੂੰ ਆਪਣੇ ਦਿਲ ਵਿੱਚ ਵਸਾਇਆ। ਟਾਈਮਜ਼ ਮੈਗਜ਼ੀਨ ਵਿੱਚ ਧਾਰਮਿਕ ਗੱਲਾਂ ਵਾਲੇ ਸਫ਼ੇ ਤੇ ਇੱਕ ਲੇਖ ਛਪਿਆ ਜਿਸ ਦਾ ਸਰਲੇਖ ਸੀ ਬਾਪ ਅਤੇ ਬੱਚਾ। ਇਹ ਲੇਖ ਡੇਵਿਡ ਵੈਨ ਬੀਐਮਏ ਦੁਆਰਾ ਲਿਖਿਆ ਗਿਆ ਸੀ ਅਤੇ ਇਹ ਲੇਖ ਇਸ ਕਹਾਣੀ ਨਾਲ ਸ਼ੁਰੂ ਹੁੰਦਾ ਸੀ। 1994 ਵਿੱਚ ਕ੍ਰਿਸਮਸ ਤੋਂ 4 ਦਿਨ ਪਹਿਲਾਂ ਜੌਨ ਡੇਵਿਡ ਐਡਿੰਗਟਨ ਬਾਈ ਨੇ ਇੱਕ ਪੁੱਤਰ ਨੂੰ ਗੋਦ ਲਿਆ ਜੋ ਕਿ ਪ੍ਰਿੰਸ ਬੈਟੇਰੀਅਨ ਸੇਵਕ ਦਾ ਬੇਟਾ ਸੀ, ਜਿਸ ਦਾ ਨਾਮ ਹੌਵਰਡ ਐਡਿੰਗਟਨ ਸੀ। ਔਰਲੈਂਡੋ ਫਿਲਡੈਲਫੀਆ ਦੇ ਵਿੱਚੋਂ ਦੀ ਕਾਰ ਤੇ ਜਾ ਰਿਹਾ ਸੀ ਤਾਂ ਅਚਾਨਕ ਉਸ ਦੀ ਕਾਰ ਕਾਬੂ ਤੋਂ ਬਾਹਰ ਹੋ ਗਈ ਅਤੇ ਉਹ ਇੱਕ ਦਰਖਤ ਨਾਲ ਜਾ ਟਕਰਾਈ। ਉਸੇ ਵੇਲੇ ਉਹਦੀ ਮੌਤ ਹੋ ਗਈ ਅਤੇ ਇਸ ਦੁਖਦਾਈ ਘਟਨਾ ਦਾ ਐਵੈਂਜਲੀਕਲ ਸੰਸਾਰ ਵਿੱਚ ਬਹੁਤ ਅਫਸੋਸ ਮਨਾਇਆ ਗਿਆ ਕਿਉਂਕਿ ਆਦਰਯੋਗ ਐਡਿੰਗਟਨ ਪ੍ਰਭੂ ਦਾ ਇੱਕ ਆਦਰਯੋਗ ਸੇਵਕ ਸੀ। ਉਸ ਖਾਸ ਸਮੇਂ ਵਿੱਚ ਉਹ ਕੈਂਪਸ ਕਰੂਸਡ ਫੋਰ ਕ੍ਰਾਈਸਟ ਦਾ ਸੰਸਥਾਪਕ ਡਾਕਟਰ ਬਿਲ ਬਰਾਈਟ ਦੇ ਨਿੱਜੀ ਪਾਸਟਰ ਸੀ। ਪਾਸਟਰ ਐਡਿੰਗਟਨ ਇਸ ਦੁਖਦਾਈ ਘਟਨਾ ਕਾਰਨ ਪਿੱਛੇ ਹਟ ਸਕਦਾ ਸੀ, ਪਰ ਇਹ ਕਰਨ ਦੀ ਬਜਾਏ ਉਸ ਨੇ ਉਸ ਹਫ਼ਤੇ ਇੱਕ ਅਜਿਹੇ ਵਿਸ਼ੇ ਤੇ 3 ਕ੍ਰਿਸਮਸ ਦੇ ਪ੍ਰਚਾਰ ਕੀਤੇ ਜਿਸ ਬਾਰੇ ਉਸ ਨੇ ਪਹਿਲਾਂ ਕਦੀ ਪ੍ਰਚਾਰ ਕੀਤਾ ਸੀ। ਉਸ ਨੇ ਯੂਸੁਫ ਮਰੀਅਮ ਦੇ ਪਤੀ ਦੇ ਵਿਸ਼ੇ ਤੇ ਪ੍ਰਚਾਰ ਕੀਤਾ ਅਤੇ ਉਸ ਨੇ ਯਿਸੂ ਦੇ ਗੋਦ ਲੈਣ ਵਾਲੇ ਪਿਤਾ ਦੀ ਗੱਲ ਕੀਤੀ। ਉਹ ਉੱਥੇ ਨਹੀਂ ਰੁਕਿਆ, ਉਸ ਨੇ ਯੂਸੁਫ ਬਾਰੇ ਇੱਕ ਕਿਤਾਬ ਤੇ ਕੰਮ ਕਰਨਾ ਸ਼ੁਰੂ ਕੀਤਾ ਜਿਸ ਵਿੱਚ ਉਸ ਨੇ ਬਾਅਦ ਵਿੱਚ ਇਸ ਬੁੱਢੇ ਮਨੁੱਖ ਅਤੇ ਉਸ ਦੇ ਪਵਿੱਤਰ ਬੱਚੇ ਵਿਚਕਾਰ ਰਿਸ਼ਤੇ ਦੇ ਸੁਭਾਅ ਬਾਰੇ ਦੱਸਿਆ। ਅਤੇ 2000 ਸਾਲ ਵਿੱਚ ਉਸ ਨੇ ਇੱਕ ਪਤਲੀ ਜਿਹੀ ਕਿਤਾਬ ਪ੍ਰਕਾਸ਼ਿਤ ਕੀਤੀ ਜਿਸ ਦਾ ਸਰਲੇਖ ਸੀ ਦਾ ਫੋਰਗੋਟਨ ਮੈਨ ਆਫ ਕ੍ਰਿਸਮਸ, ਜੋਜ਼ਫ ਸਟੋਰੀ। ਉਸ ਨੇ ਬਾਈਬਲ ਦੀਆਂ ਸੱਚਾਈਆਂ ਨੂੰ ਉਸ ਸਮੱਗਰੀ ਨਾਲ ਜੋੜ ਦਿੱਤਾ ਜੋ ਉਸ ਨੂੰ ਦੁਨਿਆਵੀ ਸਰੋਤਾਂ ਤੋਂ ਮਿਲੀ ਅਤੇ ਉਸ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਜਦੋਂ ਉਹ ਇਹ ਕਿਤਾਬ ਲਿਖ ਰਿਹਾ ਸੀ ਉਸ ਨੂੰ ਇਹ ਪ੍ਰੋਜੈਕਟ ਬਹੁਤ ਹੀ ਅਜੀਬ ਲੱਗਾ
ਖਾਸ ਕਰਕੇ ਇਸ ਲਈ ਕਿਉਂਕਿ ਉਹ ਇੱਕ ਪ੍ਰੋਟੈਸਟੈਂਟ ਸੀ ਅਤੇ ਪ੍ਰੋਟੈਸਟੈਂਟ ਲੋਕਾਂ ਦਾ ਕ੍ਰਿਸਮਸ ਸੀਜ਼ਨ ਦੌਰਾਨ ਯੂਸੁਫ ਨਾਲ ਕੋਈ ਲੈਣ ਦੇਣਾ ਨਹੀਂ ਹੈ। ਉਹ ਕਹਿੰਦਾ ਹੈ ਕਿ ਯੂਸੁਫ ਬਾਰੇ ਉਹਨਾਂ ਦਾ ਇੱਕ ਰਵੱਈਆ ਹੁੰਦਾ ਹੈ, ਅਸੀਂ ਉਸ ਬਾਰੇ ਕੁਝ ਨਹੀਂ ਜਾਣਦੇ। ਇਸ ਲਈ ਆਓ ਉਸ ਨੂੰ ਇੱਥੇ ਹੀ ਛੱਡ ਦਈਏ ਅਤੇ ਫਿਰ ਬਾਕੀ ਕਹਾਣੀ ਨੂੰ ਜਾਰੀ ਰੱਖਦੇ ਹਾਂ। ਪਰ ਐਡਗਿੰਟਨ ਨੇ ਇਹ ਕਹਿ ਕੇ ਸਮਾਪਤੀ ਕੀਤੀ ਕਿ ਯੂਸੁਫ ਦੀ ਕਹਾਣੀ ਵਾਲੇ ਹਿੱਸੇ ਦਾ ਬਹੁਤ ਵੱਡਾ ਆਤਮਿਕ ਮਹੱਤਵ ਹੈ, ਕਿਉਂਕਿ ਯੂਸੁਫ ਨੇ ਯਸੂ ਦੇ ਦੇਹਧਾਰੀ ਹੋਣ ਦੇ ਭੇਤ ਵਿੱਚ ਵੱਡਾ ਕਿਰਦਾਰ ਅਦਾ ਕੀਤਾ ਹੈ। ਅਤੇ ਇਸ ਲਈ ਅੱਜ ਮੈਂ ਤੁਹਾਨੂੰ ਮੱਤੀ ਦੀ ਅੰਜੀਲ ਵਿੱਚੋਂ ਕਹਾਣੀ ਦੱਸਣਾ ਚਾਹੁੰਦਾ ਹਾਂ। ਜੇ ਤੁਸੀਂ ਮੱਤੀ ਦੀ ਕੁੱਲ ਪੱਤਰੀ ਨੂੰ ਸਮਝੋ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਯੂਸੁਫ ਇੱਕ ਸ਼ਾਹੀ ਬੰਦਾ ਸੀ। ਉਹ ਇੱਕ ਯੋਗ ਰਾਜਾ ਸੀ। ਅਸੀਂ ਉਸ ਦੇ ਬਾਹਰੀ ਰੂਪ ਬਾਰੇ ਬਹੁਤ ਜ਼ਿਆਦਾ ਨਹੀਂ ਜਾਣਦੇ, ਕਿਉਂਕਿ ਮਰੀਅਮ ਨੇ ਹੈਕਲ ਵਿੱਚ ਕੁਰਬਾਨੀ ਲਈ 2 ਕਬੂਤਰ ਦਿੱਤੇ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਉਹ ਇੱਕ ਗਰੀਬ ਬੰਦਾ ਸੀ, ਕਿਉਂਕਿ ਉਹ ਗਰੀਬ ਬੰਦੇ ਦੀ ਕੁਰਬਾਨੀ ਸੀ। ਮੈਂ ਸੋਚਦਾ ਹਾਂ ਸਾਡੇ ਲਈ ਇਹ ਕਲਪਨਾ ਕਰਨਾ ਉਚਿਤ ਹੋਵੇਗਾ ਕਿ ਉਹ ਇੱਕ ਮਜ਼ਬੂਤ ਬੰਦਾ ਸੀ, ਕਿਉਂਕਿ ਉਹ ਇੱਕ ਤਰਖਾਣ ਸੀ। ਉਹ ਆਪਣੇ ਹੱਥਾਂ ਨਾਲ ਕੰਮ ਕਰਦਾ ਸੀ। ਅਸੀਂ ਪਹਿਲੀ ਵਾਰ ਯੂਸੁਫ ਨੂੰ ਉਸ ਸਮੇਂ ਮਿਲਦੇ ਹਾਂ ਜਦੋਂ ਉਹ ਸੰਕਟ ਵਿੱਚ ਸੀ। ਲੂਕਾ 1:26-27 ਵਚਨ ਵਿੱਚ ਜਦੋਂ ਦੂਤ ਮਰੀਅਮ ਕੋਲ ਆਇਆ ਤਾਂ ਉਸ ਦਾ ਅਚਾਨਕ ਜ਼ਿਕਰ ਹੋਇਆ। ਉੱਥੇ ਅਸੀਂ ਪੜ੍ਹਦੇ ਹਾਂ, 6ਵੇਂ ਮਹੀਨੇ ਜਬਰਾਇਲ ਦੂਤ ਪਰਮੇਸ਼ਰ ਦੀ ਵੱਲੋਂ ਨਾਸਰਤ ਨਾਮੇ ਗਲੀਲ ਦੇ ਇੱਕ ਨਗਰ ਵਿੱਚ ਇੱਕ ਕੁਆਰੀ ਦੇ ਕੋਲ ਭੇਜਿਆ ਗਿਆ, ਜਿਹਦੀ ਕੁੜਮਾਈ ਯੂਸੁਫ ਕਰਕੇ ਪੁਰਸ਼ ਨਾਲ ਹੋਈ ਸੀ। ਅਤੇ ਫਿਰ ਇੱਥੇ ਅਸੀਂ ਉਸ ਬਾਰੇ ਇੰਨਾ ਹੀ ਪੜ੍ਹਦੇ ਹਾਂ। ਪਰ ਜਬਰਾਇਲ ਦੇ ਮਰੀਅਮ ਨੂੰ ਇਹ ਘੋਸ਼ਣਾ ਕਰਨ ਤੋਂ ਬਾਅਦ ਕਿ ਉਹ ਪਵਿੱਤਰ ਆਤਮਾ ਤੋਂ ਇੱਕ ਪੁੱਤਰ ਅਰਥਾਤ ਮਸੀਹਾ ਨੂੰ ਜਨਮ ਦੇਵੇਗੀ, ਮਰੀਅਮ ਯੂਸੁਫ ਨੂੰ ਦੱਸੇ ਬਿਨਾਂ ਸ਼ਹਿਰ ਛੱਡ ਕੇ ਚਲੀ ਗਈ ਅਤੇ ਸਗੋਂ ਦੂਤ ਦੇ ਉਸ ਕੋਲ ਆਉਣ ਬਾਰੇ ਵੀ ਦੱਸੇ ਬਿਨਾਂ ਚਲੀ ਗਈ, ਕਿਉਂਕਿ ਲੂਕਾ ਪਹਿਲਾ ਅਧਿਆਇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਉਸੇ ਵੇਲੇ ਮਰੀਅਮ ਆਪਣੀ ਸਾਕ ਐਲਿਜ਼ਬeth ਨੂੰ ਮਿਲਣ ਲਈ ਜ਼ਕਰੀਆ ਦੇ ਘਰ ਚਲੀ ਗਈ ਅਤੇ 3 ਮਹੀਨਿਆਂ ਬਾਅਦ ਉਹ ਫਿਰ ਨਾਸਰਤ ਵਿੱਚ ਆਪਣੇ ਘਰ ਆਈ। ਨੰਬਰ 1 ਖੋਜ। ਹੁਣ ਮੱਤੀ ਦੇ ਪਹਿਲੇ ਅਧਿਆਇ ਦੀ 18 ਐਤ ਵਿੱਚ ਅਸੀਂ ਸਭ ਤੋਂ ਪਹਿਲਾਂ ਉਸ ਖੋਜ ਬਾਰੇ ਸਿੱਖਦੇ ਹਾਂ ਜੋ ਯੂਸੁਫ ਨੇ ਕੀਤੀ। ਯਿਸੂ ਮਸੀਹ ਦਾ ਜਨਮ ਇਉਂ ਹੋਇਆ ਕਿ ਜਾਂ ਉਹਦੀ ਮਾਤਾ ਮਰੀਅਮ ਦੀ ਯੂਸੁਫ ਨਾਲ ਕੁੜਮਾਈ ਹੋਈ ਸੀ ਤਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ। ਕਦੋਂ ਗਰਭ ਠਹਿਰਿਆ ਸਾਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਸ਼ਾਇਦ ਮਰੀਅਮ ਖੁਦ ਵੀ ਇਹ ਨਹੀਂ ਜਾਣਦੀ ਸੀ, ਪਰ ਸਹੀ ਸਮੇਂ ਤੇ ਉਹ ਇਸ ਸੱਚ ਤੋਂ ਜਾਣੂ ਹੋ ਗਈ ਕਿ ਉਹ ਸੱਚਮੁੱਚ ਗਰਭਵਤੀ ਸੀ। ਅਤੇ 3 ਮਹੀਨੇ ਗੁਜ਼ਰਨ ਤੋਂ ਬਾਅਦ ਮਰੀਅਮ ਨਾਸਰਤ ਵਿੱਚ ਆਪਣੇ ਘਰ ਪਰਤ ਆਈ ਅਤੇ ਯੂਸੁਫ ਨੂੰ ਇਸ ਗੱਲ ਦੀ ਖਬਰ ਹੋਈ। ਯੂਸੁਫ ਜਿਸ ਤੇ ਵਿਸ਼ਵਾਸ ਕਰਦਾ ਸੀ ਕਿ ਉਹ ਪਵਿੱਤਰ ਸੀ, ਉਹ ਗਰਭਵਤੀ ਸੀ, ਹਾਲਾਂਕਿ ਉਹਨਾਂ ਦੀ ਮੰਗਣੀ ਹੋਈ ਸੀ। ਉਹਨਾਂ ਦਰਮਿਆਨ ਕੋਈ ਵੀ ਸਰੀਰਕ ਸੰਬੰਧ ਨਹੀਂ ਸੀ ਅਤੇ ਫਿਰ ਵੀ ਮਰੀਅਮ ਦੇ ਬੱਚਾ ਹੋਣ ਵਾਲਾ ਸੀ। ਅਸੀਂ ਸਿਰਫ ਕਿਆਸ ਲਗਾ ਸਕਦੇ ਹਾਂ ਕਿ ਮਰੀਅਮ ਨੇ ਸ਼ਾਇਦ ਯੂਸੁਫ ਨੂੰ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਦੂਤ ਨੇ ਉਸ ਨੂੰ ਮਸੀਹਾ ਦੇ ਜਨਮ ਲੈਣ ਬਾਰੇ ਕਿਹਾ ਸੀ, ਅਤੇ ਜਾਂ ਤਾਂ ਯੂਸੁਫ ਇਸ ਸੰਦੇਸ਼ ਨੂੰ ਸਮਝ ਨਹੀਂ ਸਕਿਆ ਜਾਂ ਸ਼ਾਇਦ ਮਰੀਅਮ ਅੰਦਰ ਯੂਸੁਫ ਨੂੰ ਇਹ ਦੱਸਣ ਦਾ ਹੌਸਲਾ ਨਹੀਂ ਸੀ। ਹੁਣ ਦੋਸਤੋ, ਇੱਥੇ ਜੋ ਹੋ ਰਿਹਾ ਹੈ ਉਸ ਨੂੰ ਸਮਝਣ ਲਈ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਉਸ ਖਾਸ ਸਮੇਂ ਵਿੱਚ ਇੱਕ ਜੋੜੇ ਲਈ ਮੰਗਣੀ ਦਾ ਕੀ ਮਤਲਬ ਸੀ। ਇਬਰਾਨੀਆਂ ਵਿੱਚ ਕੁੜਮਾਈ ਦਾ ਸਮਾਂ ਸਾਡੇ ਕੁੜਮਾਈ ਦੇ ਸਮੇਂ ਨਾਲ ਮਿਲਦਾ ਜੁਲਦਾ ਹੈ। ਇੱਥੇ ਅਦਲ ਬਦਲ ਕੇ 3 ਸ਼ਬਦ ਵਰਤੇ ਗਏ ਹਨ, ਸਗਾਈ, ਕੁੜਮਾਈ ਅਤੇ ਮੰਗਣੀ। ਪਰ ਇਬਰਾਨੀ ਕੁੜਮਾਈ, ਇਬਰਾਨੀ ਸਗਾਈ ਸਾਡੀ ਮੰਗਣੀ ਨਾਲੋਂ ਕਿਤੇ ਜ਼ਿਆਦਾ ਸਥਾਈ ਜਾਂ ਟਿਕਾਊ ਸੀ। ਇਹ ਦੁਲਹਨ ਲਈ ਕੋਈ ਤੋਹਫਾ ਜਾਂ ਦਾਜ ਦੇ ਕੇ ਮਨਾਈ ਜਾਂਦੀ ਸੀ। ਦੁਲਹਨ ਦੇ ਰਿਸ਼ਤੇਦਾਰ ਲਈ ਕੋਈ ਹੋਰ ਤੋਹਫਾ ਦਿੱਤਾ ਜਾਂਦਾ ਸੀ। ਸਗਾਈ ਲਿਖਤੀ ਰੂਪ ਵਿੱਚ ਹੁੰਦੀ ਸੀ। ਇਸ ਲਿਖਤ ਵਿੱਚ ਜ਼ਿੰਮੇਵਾਰੀਆਂ ਅਤੇ ਸਮਝੌਤੇ ਅਤੇ ਹੋਰਨਾਂ ਚੀਜ਼ਾਂ ਵਿੱਚ ਦਾਜ ਦੀ ਰਕਮ ਹੁੰਦੀ ਸੀ। ਇਹ ਸਭ ਕੁਝ ਲਿਖਤੀ ਸਮਝੌਤਾ ਹੁੰਦਾ ਸੀ। ਇਹ ਮੰਗਣੀ ਦਾ ਸਮਾਂ ਬਹੁਤ ਹੀ ਅਧਿਕਾਰ ਹੁੰਦਾ ਸੀ। ਮੰਗਣੀ ਦੇ ਉਸ ਪਲ ਤੋਂ ਹੀ ਔਰਤ ਨਾਲ ਇਹੋ ਜਿਹਾ ਵਿਵਹਾਰ ਕੀਤਾ ਜਾਂਦਾ ਸੀ ਜਿਵੇਂ ਕਿ ਉਸ ਦਾ ਪਹਿਲਾਂ ਤੋਂ ਹੀ ਵਿਆਹ ਹੋ ਚੁੱਕਾ ਹੈ।
ਮੰਗਣੀ ਤੋੜੀ ਜਾ ਸਕਦੀ ਸੀ, ਪਰ ਸਿਰਫ ਬਹੁਤ ਹੀ ਗੰਭੀਰ ਕਾਰਨ ਕਰਕੇ, ਅਤੇ ਮੰਗਣੀ ਦੇ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਬੇਵਫਾਈ ਨੂੰ ਜਿਨਾਹ ਸਮਝਿਆ ਜਾਂਦਾ ਸੀ, ਅਤੇ ਯਹੂਦੀ ਸ਼ਰ੍ਹਾ ਮੁਤਾਬਕ ਹੋਣ ਵਾਲੇ ਪਤੀ ਅਤੇ ਹੋਣ ਵਾਲੀ ਪਤਨੀ ਨੂੰ ਡੇਰੇ ਦੇ ਕਿਨਾਰੇ ਤੇ ਲਿਜਾ ਕੇ ਪੱਥਰ ਮਾਰ ਕੇ ਜਾਨੋਂ ਮਾਰ ਦਿੱਤਾ ਜਾਂਦਾ ਸੀ। ਸ਼ਰ੍ਹਾ ਵਿੱਚ ਇਸ ਦਾ ਹੁਕਮ ਦਿੱਤਾ ਗਿਆ ਸੀ। ਇਸ ਲਈ ਤੁਸੀਂ ਵੇਖ ਸਕਦੇ ਹੋ ਕਿ ਉਸ ਸਮੇਂ ਮੰਗਣੀ ਹੋਣ ਦੇ ਸਮੇਂ ਨਾਲ ਕਿਤੇ ਗੰਭੀਰ ਸੀ। ਉਸ ਸਮੇਂ ਦੌਰਾਨ ਮੰਗਣੀ ਨੂੰ ਤੋੜਨਾ ਤਲਾਕ ਸਮਝਿਆ ਜਾਂਦਾ ਸੀ। ਇੱਕ ਔਰਤ ਜਿਸ ਦੀ ਮੰਗਣੀ ਹੋ ਜਾਂਦੀ ਸੀ, ਜੇ ਉਸ ਦਾ ਹੋਣ ਵਾਲਾ ਪਤੀ ਮਰ ਜਾਂਦਾ ਸੀ ਤਾਂ ਉਸ ਨੂੰ ਵਿਧਵਾ ਕਿਹਾ ਜਾਂਦਾ ਸੀ। ਜਦੋਂ ਇੱਕ ਜੋੜੇ ਦੀ ਮੰਗਣੀ ਹੋ ਜਾਂਦੀ ਸੀ ਤਾਂ ਵਿਆਹ ਹੋਣ ਤੋਂ ਪਹਿਲਾਂ 10 ਜਾਂ 12 ਮਹੀਨੇ ਬੀਤਣਾ ਅਸਾਧਨ ਸੀ, ਅਤੇ ਬੇਸ਼ੱਕ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਵਿਆਹ ਸਾਡੇ ਵਿਆਹਾਂ ਵਾਂਗ ਨਹੀਂ ਹਨ। ਵਿਆਹ ਦੁਲਹਨ ਦੇ ਘਰ ਹੁੰਦਾ ਸੀ। ਵਿਆਹ ਦਾ ਜਸ਼ਨ ਇੱਕ ਸਮਾਰੋਹ ਦੀ ਤਰ੍ਹਾਂ ਮਨਾਇਆ ਜਾਂਦਾ ਸੀ ਜੋ ਹਫ਼ਤਾ ਭਰ ਚੱਲਦਾ ਰਹਿੰਦਾ ਸੀ। ਸਾਰੇ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਜਾਂਦਾ ਸੀ। ਦੂल्हा ਫਿਰ ਦੁਲਹਨ ਨੂੰ ਆਪਣੇ ਘਰ ਲੈ ਕੇ ਜਾਂਦਾ ਸੀ, ਅਤੇ ਇਸ ਲਈ ਮੱਤੀ ਦੀ ਅੰਜੀਲ ਅਧਿਆਇ 1 ਐਤ 18 ਮੁਤਾਬਕ ਮੰਗਣੀ ਦੇ ਸਮਝੌਤੇ ਤੇ ਹਸਤਖਰ ਹੋ ਚੁੱਕੇ ਸਨ, ਤੋਹਫੇ ਦਿੱਤੇ ਜਾ ਚੁੱਕੇ ਸਨ। ਸਾਰੇ ਦੋਸਤ ਅਤੇ ਰਿਸ਼ਤੇਦਾਰਾਂ ਨੂੰ ਪਤਾ ਸੀ ਕਿ ਯੂਸਫ ਅਤੇ ਮਰੀਅਮ ਦੀ ਮੰਗਣੀ ਹੋ ਚੁੱਕੀ ਸੀ। ਪਰ ਪੜ੍ਹੋ ਪਵਿੱਤਰ ਵਚਨ ਕੀ ਕਹਿੰਦਾ ਹੈ। ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ। ਨੰਬਰ 2, ਦੁਬਿਧਾ। ਯੂਸਫ ਦੀ ਖੋਜ ਦਾ ਨਤੀਜਾ ਇਹ ਹੋਇਆ ਕਿ ਇਹ ਉਸ ਲਈ ਇੱਕ ਗੰਭੀਰ ਦੁਬਿਧਾ ਬਣ ਗਈ। ਇਸ ਬਾਰੇ ਐਤ 19 ਵਿੱਚ ਪੜ੍ਹੋ। ਤਦ ਉਹਦੇ ਪਤੀ ਯੂਸਫ ਨੇ, ਜਿਹੜਾ ਧਰਮੀ ਪੁਰਖ ਸੀ ਅਤੇ ਇਹ ਨਹੀਂ ਸੀ ਚਾਹੁੰਦਾ ਭਾਈ ਉਹਨੂੰ ਕਲੰਕ ਪ੍ਰਗਟ ਕਰੇ, ਇਹ ਦਲੀਲ ਕੀਤੀ ਗਈ ਜੋ ਉਹਨੂੰ ਚੁੱਪ ਕੀਤਿਆਂ ਤਿਆਗ ਦਵੇ। ਯੂਸਫ ਲਈ ਮਰੀਅਮ ਦੀ ਹਾਲਤ ਵਿਸ਼ਵਾਸ ਨਾ ਕਰਨ ਯੋਗ ਸੀ। ਉਹ ਸਮਝ ਨਹੀਂ ਸਕਿਆ ਕਿ ਉਹ ਹੁਣ ਕੀ ਸਮਝਣ ਦੀ ਸ਼ੁਰੂਆਤ ਕਰ ਰਿਹਾ ਸੀ। ਪਹਿਲੇ ਮਸੀਹਾਂ ਦੁਆਰਾ ਯਸੂ ਦੇ ਜਨਮ ਬਾਰੇ ਜੋ ਤੋਹਮਤਾਂ ਲਾਈਆਂ ਗਈਆਂ ਸਨ, ਉਹਨਾਂ ਵਿੱਚੋਂ ਇੱਕ ਇਹ ਵੀ ਸੀ ਕਿ ਉਸ ਦਾ ਜਨਮ ਵਿਆਹ ਦੇ ਬੰਧਨ ਵਿੱਚ ਹੋਇਆ ਸੀ ਅਤੇ ਉਹ ਇੱਕ ਨਜਾਇਜ਼ ਔਲਾਦ ਸੀ। ਅਤੇ ਉਹਨਾਂ ਨੇ ਕਿਹਾ ਕਿ ਮਰੀਅਮ ਦੇ ਗਰਭਵਤੀ ਹੋਣ ਦਾ ਪਤਾ ਲੱਗਣ ਤੇ ਵੀ ਯੂਸਫ ਦਾ ਅਧਿਕਾਰੀਆਂ ਨੂੰ ਨਾ ਦੱਸਣ ਹੀ ਇਸ ਗੱਲ ਦਾ ਸਬੂਤ ਹੈ ਕਿ ਯਸੂ ਦਾ ਜਨਮ ਵਿਆਹ ਦੇ ਬੰਧਨ ਵਿੱਚ ਹੋਇਆ ਸੀ। ਹੁਣ ਮੱਤੀ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਮਰੀਅਮ ਵਿਆਹ ਹੋਣ ਤੋਂ ਪਹਿਲਾਂ ਹੀ ਗਰਭਵਤੀ ਸੀ। ਉਹ ਸਾਨੂੰ ਸਾਫ਼-ਸਾਫ਼ ਦੱਸਦਾ ਹੈ ਕਿ ਯੂਸਫ ਚਾਹੁੰਦਾ ਸੀ ਕਿ ਉਹ ਮਰੀਅਮ ਨੂੰ ਬਦਨਾਮੀ ਤੋਂ ਬਚਾਉਣ ਲਈ ਉਸ ਨੂੰ ਚੁੱਪ ਕੀਤੇ ਤਿਆਗ ਦੇਵੇ। ਇੱਥੇ ਤਿਆਗ ਦੇਵੇ ਸ਼ਬਦ ਇਬਰਾਨੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਤਲਾਕ ਦੇਣਾ। ਪਰ ਇਸ ਤੋਂ ਪਹਿਲਾਂ ਕਿ ਯੂਸਫ ਇਸ ਗੱਲ ਤੇ ਕੋਈ ਕਾਰਵਾਈ ਕਰਦਾ, ਸੁਪਨੇ ਵਿੱਚ ਉਸ ਨੂੰ ਇਹ ਨਿਰਦੇਸ਼ ਮਿਲਿਆ ਕਿ ਮਰੀਅਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ, ਜਾਂ ਉਸ ਨੂੰ ਆਪਣੀ ਪਤਨੀ ਵਜੋਂ ਸਵੀਕਾਰ ਕਰਨ ਤੋਂ ਨਾ ਡਰ। ਯੂਸਫ ਦੀ ਦੁਬਿਧਾ ਨੂੰ ਸਪਸ਼ਟ ਉਦੋਂ ਸਮਝਿਆ ਜਾਂਦਾ ਹੈ ਜਦੋਂ ਅਸੀਂ ਇਸ ਕਹਾਣੀ ਦੇ ਅੱਧ ਵਿਚਾਲੇ ਲੂਕਾ ਦੀ ਇੰਜੀਲ ਦੇ ਸਿਲਸਿਲੇਵਾਰ ਹਾਲਤ ਬਾਰੇ ਪੜ੍ਹਦੇ ਹਾਂ। ਅਸੀਂ ਪਹਿਲਾਂ ਹੀ ਵੇਖ ਚੁੱਕੇ ਹਾਂ ਕਿ ਮਰੀਅਮ ਇਲਿਜ਼ਬਤ ਨੂੰ ਮਿਲਣ ਲਈ ਗਈ ਸੀ, ਅਤੇ ਯਸੂ ਦੇ ਮਰੀਅਮ ਦੁਆਰਾ ਜਨਮ ਲੈਣ ਦੀ ਘੋਸ਼ਣਾ ਮਰੀਅਮ ਨੂੰ ਉਦੋਂ ਕੀਤੀ ਗਈ ਸੀ ਜਦੋਂ ਇਲਿਜ਼ਬਤ ਨੂੰ 6ਵਾਂ ਮਹੀਨਾ ਲੱਗਿਆ ਹੋਇਆ ਸੀ। ਮਰੀਅਮ ਉਸੇ ਵੇਲੇ ਆਪਣੀ ਸਾਗ ਇਲਿਜ਼ਬਤ ਨੂੰ ਮਿਲਣ ਲਈ ਚਲੀ ਗਈ ਅਤੇ 3 ਮਹੀਨੇ ਉਸ ਦੇ ਕੋਲ ਹੀ ਰਹੀ, ਅਤੇ ਫਿਰ ਉਹ ਨਾਸਰਤ ਵਿੱਚ ਵਾਪਸ ਆ ਗਈ। ਅਤੇ ਉਦੋਂ ਹੀ ਯੂਸਫ ਨੂੰ ਪਤਾ ਲੱਗਾ ਕਿ ਉਸ ਨੂੰ ਗਰਭਵਤੀ ਹੋਈ ਨੂੰ 3 ਮਹੀਨੇ ਹੋ ਗਏ ਹਨ। ਇਹ ਸਾਰੀਆਂ ਗੱਲਾਂ ਯੂਸਫ ਦੇ ਦਿਮਾਗ ਵਿੱਚ ਘੁੰਮਣੀਆਂ ਸ਼ੁਰੂ ਹੋ ਗਈਆਂ ਜਦੋਂ ਉਸ ਨੂੰ ਮਰੀਅਮ ਦੀ ਇਸ ਹਾਲਤ ਦਾ ਪਤਾ ਲੱਗਾ। ਸਾਡਾ ਮੂਲ ਪਾਠ ਵਚਨ ਕਹਿੰਦਾ ਹੈ ਕਿ ਯੂਸਫ ਨਹੀਂ ਸੀ ਚਾਹੁੰਦਾ ਕਿ ਉਹ ਉਸ ਨੂੰ ਕਲੰਕਣ ਪ੍ਰਗਟ ਕਰੇ। ਉਹ ਉਸ ਨੂੰ ਬੇਇੱਜ਼ਤ ਨਹੀਂ ਸੀ ਕਰਨਾ ਚਾਹੁੰਦਾ। ਉਹ ਇਹਨਾਂ ਗੱਲਾਂ ਦੀ ਸੋਚ ਵਿੱਚ ਪਿਆ ਹੋਇਆ ਸੀ। ਉਹ ਕੀ ਕਰਨਾ ਚਾਹੁੰਦਾ ਹੈ, ਇਸ ਬਾਰੇ ਗਹਿਰਾਈ ਨਾਲ ਸੋਚ ਰਿਹਾ ਸੀ, ਅਤੇ ਉਹ ਚਾਹੁੰਦਾ ਸੀ ਕਿ ਉਹ ਉਸ ਨੂੰ ਚੁੱਪ ਚਪੀਤੇ ਤਿਆਗ ਦੇਵੇ ਅਤੇ ਬੇਇੱਜ਼ਤੀ ਹੋਣ ਤੋਂ ਬਚਾਏ, ਕਿਉਂਕਿ ਉਹ ਉਸ ਨੂੰ ਹਾਲੇ ਵੀ ਬਹੁਤ ਪਿਆਰ ਕਰਦਾ ਸੀ। ਉਸ ਨੇ ਆਪਣੇ ਦਿਲ ਨਾਲ ਸਲਾਹ ਕੀਤੀ ਅਤੇ ਬਹੁਤ ਸੋਚਣ ਤੋਂ ਬਾਅਦ ਬਿਨਾਂ ਲੋਕਾਂ ਨੂੰ ਦੱਸੇ ਉਸ ਨੇ ਮਰੀਅਮ ਨੂੰ ਚੁੱਪ ਚਪੀਤੇ ਤਿਆਗਣ ਦਾ
ਫੈਸਲਾ ਕਰ ਲਿਆ। ਜਦੋਂ ਉਸਨੇ ਇਹ ਸੋਚਿਆ ਤਾਂ ਉਸ ਕੋਲ ਇਹ ਵਿਕਲਪ ਸਨ। ਇਸ ਦ੍ਰਿਸ਼ਟੀਕੋਣ ਤੋਂ ਇਸ ਤੇ ਨਜ਼ਰ ਮਾਰਦਿਆਂ ਉਹ ਸਾਨੂੰ ਸਪਸ਼ਟ ਜਾਪਦੇ ਹਨ। ਮੈਂ ਸਿਰਫ ਤੁਹਾਨੂੰ ਉਹੀ ਪੁੱਛਾਂਗਾ ਜੋ ਮੈਂ ਬਹੁਤ ਵਾਰ ਆਪਣੇ ਆਪ ਨੂੰ ਪੁੱਛਿਆ ਹੈ। ਜੇ ਤੁਸੀਂ ਯੂਸਫ ਹੁੰਦੇ ਤਾਂ ਤੁਸੀਂ ਕੀ ਕਰਦੇ? ਭਾਗ ਈੜੀ। ਮਰੀਅਮ ਨੂੰ ਚੁਣਿਆ ਗਿਆ ਸੀ। ਸ਼ਾਇਦ ਮਰੀਅਮ ਦੀ ਵਿਆਖਿਆ ਸੱਚਮੁੱਚ ਇੱਕ ਸੱਚਾਈ ਸੀ। ਜਿਵੇਂ ਕਿ ਉਸਨੇ ਕਿਹਾ ਸੀ, ਸ਼ਾਇਦ ਉਸ ਨੂੰ ਮਸੀਹਾ ਦੀ ਮਾਂ ਬਣਨ ਲਈ ਪਰਮੇਸ਼ਰ ਦੁਆਰਾ ਚੁਣਿਆ ਗਿਆ ਸੀ। ਯੂਸਫ ਇੱਕ ਧਰਮੀ ਬੰਦਾ ਸੀ ਅਤੇ ਉਹ ਇੱਕ ਇਬਰਾਨੀ ਸੀ ਅਤੇ ਉਸਨੇ ਇਸ ਗੱਲ ਤੇ ਬਹੁਤ ਵਿਚਾਰ ਕੀਤਾ। ਉਸਨੇ ਇਸ ਸੱਚ ਤੇ ਵੀ ਵਿਚਾਰ ਕੀਤਾ ਕਿ ਮਸੀਹਾ ਦਾਊਦ ਦੇ ਘਰਾਣੇ ਵਿੱਚੋਂ ਪੈਦਾ ਹੋਵੇਗਾ ਅਤੇ ਹੁਣ ਇਹ ਗੱਲ ਥੋੜ੍ਹੀ ਉਸ ਦੀ ਸਮਝ ਵਿੱਚ ਆਉਣੀ ਸ਼ੁਰੂ ਹੋ ਗਈ। ਇਸ ਲਈ ਯੂਸਫ ਨੇ ਆਪਣੇ ਆਪ ਨਾਲ ਸਲਾਹ ਕੀਤੀ, ਜਿਵੇਂ ਪਵਿੱਤਰ ਵਚਨ ਕਹਿੰਦਾ ਹੈ। ਉਸਨੇ ਆਪਣੇ ਦਿਲ ਵਿੱਚ ਸੋਚਣਾ ਸ਼ੁਰੂ ਕੀਤਾ, ਮੈਨੂੰ ਕੀ ਕਰਨਾ ਚਾਹੀਦਾ ਹੈ? ਇੱਥੇ ਮੇਰੇ ਲਈ ਕਿਹੜਾ ਵਿਕਲਪ ਹੈ? ਹੁਣ ਮਰੀਅਮ ਨੂੰ ਤਿਆਗਣ ਵਿੱਚ ਨਾਕਾਮਯਾਬ ਹੋਇਆ ਅਤੇ ਕਿਉਂਕਿ ਉਹ ਜਾਣਦਾ ਸੀ ਕਿ ਉਹ ਗਰਭਵਤੀ ਹੈ ਅਤੇ ਹੁਣ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ। ਜੇ ਉਸਨੇ ਇਸ ਗੱਲ ਦਾ ਕਿਸੇ ਨਾ ਕਿਸੇ ਤਰ੍ਹਾਂ ਨਿਬੇੜਾ ਨਾ ਕੀਤਾ, ਉਸ ਨੂੰ ਸ਼ਰ੍ਹਾ ਤੋੜਨ ਦਾ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਜੇ ਉਹ ਉਸ ਨੂੰ ਲੋਕਾਂ ਵਿੱਚ ਤਿਆਗਦਾ, ਮਰੀਅਮ ਨੇ ਬੇਇੱਜ਼ਤ ਹੋਣਾ ਸੀ ਅਤੇ ਉਹ ਇਹ ਕਰਨ ਬਾਰੇ ਸੋਚ ਵੀ ਨਹੀਂ ਸੀ ਸਕਦਾ। ਉਹ ਮਰੀਅਮ ਨੂੰ ਦੋਸ਼ੀ ਵੀ ਨਹੀਂ ਸੀ ਠਹਿਰਾ ਸਕਦਾ ਕਿਉਂਕਿ ਉਸ ਨੂੰ ਇਸ ਗੱਲ ਦਾ ਪੱਕਾ ਪਤਾ ਨਹੀਂ ਸੀ ਕਿ ਅਸਲ ਵਿੱਚ ਹੋਇਆ ਕੀ ਸੀ। ਪਰ ਉਹ ਉਸ ਨੂੰ ਨਿਰਦੋਸ਼ ਵੀ ਨਹੀਂ ਸੀ ਠਹਿਰਾ ਸਕਦਾ ਕਿਉਂਕਿ ਉਸ ਨੂੰ ਇਸ ਬਾਰੇ ਕੋਈ ਪ੍ਰਕਾਸ਼ ਨਹੀਂ ਹੋਇਆ ਸੀ। ਇਸ ਲਈ ਉਸਨੇ ਮਰੀਅਮ ਨੂੰ ਚੁੱਪ-ਚਪੀਤੇ ਤਿਆਗਣ ਦਾ ਫੈਸਲਾ ਕੀਤਾ ਕਿਉਂਕਿ ਉਹ ਇੱਕ ਚੰਗਾ ਅਤੇ ਨੇਕ ਇਨਸਾਨ ਸੀ। ਸੰਭਵਤಃ ਮਰੀਅਮ ਨੇ ਇਹ ਗੱਲ ਯੂਸਫ ਨੂੰ ਨਹੀਂ ਦੱਸੀ। ਸ਼ਾਇਦ ਉਹ ਇਹ ਗੱਲ ਦੱਸਣ ਲਈ ਆਪਣੇ ਆਪ ਨੂੰ ਯੂਸਫ ਕੋਲ ਨਾ ਲਿਆ ਸਕੀ। ਸੋ ਯੂਸਫ ਨੇ ਇਹਨਾਂ ਸੱਚਾਈਆਂ ਨੂੰ ਜਾਣੇ ਬਿਨਾਂ ਇਸ ਗੱਲ ਤੇ ਸੋਚ ਵਿਚਾਰ ਕੀਤਾ ਅਤੇ ਇਹ ਫੈਸਲਾ ਕੀਤਾ ਕਿ ਸਹੀ ਤਰੀਕਾ ਇਹੋ ਹੀ ਹੈ ਕਿ ਉਹ ਮਰੀਅਮ ਨੂੰ ਚੁੱਪ-ਚਪੀਤੇ ਤਿਆਗ ਦੇਵੇ ਤਾਂ ਜੋ ਉਹ ਉਸ ਨੂੰ ਲੋਕਾਂ ਵਿੱਚ ਬੇਇੱਜ਼ਤ ਹੋਣ ਤੋਂ ਬਚਾ ਸਕੇ। ਸ਼ਾਇਦ ਮਰੀਅਮ ਨੇ ਯੂਸਫ ਨੂੰ ਇਹ ਗੱਲ ਦੱਸੀ ਹੋਵੇ। ਇਸ ਬਾਰੇ ਇੱਕ ਪਲ ਲਈ ਸੋਚੋ। ਮੈਂ ਸੋਚਦਾ ਹਾਂ ਕਿ ਏਦਾਂ ਹੀ ਹੋਇਆ ਹੋਵੇਗਾ। ਮੈਂ ਸੋਚਦਾ ਹਾਂ ਕਿ ਉਸ ਨੇ ਯੂਸਫ ਨੂੰ ਜੋ ਕੁਝ ਵੀ ਹੋਇਆ ਸੀ ਅਤੇ ਜਬਰਾਈਲ ਦੇ ਆਉਣ ਬਾਰੇ ਦੱਸ ਦਿੱਤਾ ਸੀ। ਉਹ ਜਾਣਦੇ ਹੋਏ ਜੋ ਮਰੀਅਮ ਨੂੰ ਕਰਨ ਲਈ ਕਿਹਾ ਗਿਆ ਸੀ, ਯੂਸਫ ਨੇ ਆਸਾਨੀ ਨਾਲ ਇਹ ਸੋਚਿਆ ਹੋਵੇਗਾ ਕਿ ਇਸ ਔਰਤ ਨਾਲ ਵਿਆਹ ਕਰਨਾ ਇੱਕ ਅਪਵਿੱਤਰ ਕੰਮ ਸਮਝਿਆ ਜਾਵੇਗਾ। ਇਸ ਬਾਰੇ ਇੱਕ ਪਲ ਲਈ ਸੋਚੋ। ਜੇ ਯੂਸਫ ਨੇ ਸੋਚਿਆ ਹੁੰਦਾ ਕਿ ਮਰੀਅਮ ਨੂੰ ਸਾਡੇ ਪ੍ਰਭੂ ਦੀ ਮਾਂ ਬਣਨ ਲਈ ਕਿਹਾ ਗਿਆ ਹੈ, ਤਾਂ ਉਸ ਸਮੇਂ ਯੂਸਫ ਦਾ ਇਹ ਵਿਚਾਰ ਹੁੰਦਾ, ਮੈਂ ਇਸ ਔਰਤ ਦਾ ਪਤੀ ਬਣਨ ਦੇ ਲਾਇਕ ਨਹੀਂ ਹਾਂ ਅਤੇ ਇਸ ਕਾਰਨ ਸ਼ਾਇਦ ਉਹ ਸੋਚਦਾ ਹੋਵੇਗਾ ਬਿਹਤਰ ਹੋਵੇਗਾ ਕਿ ਮਰੀਅਮ ਨੂੰ ਇਸ ਤੋਂ ਬਚਾਇਆ ਜਾਵੇ ਅਤੇ ਆਪਣੇ ਆਪ ਨੂੰ ਇਸ ਮੁਸ਼ਕਲ ਵਿੱਚੋਂ ਜਾਂ ਇਸ ਸਮੀਕਰਨ ਵਿੱਚੋਂ ਬਾਹਰ ਕੱਢਿਆ ਜਾਵੇ। ਪਰਮੇਸ਼ਰ ਨੇ ਇਸ ਨੇਕ ਇਬਰਾਨੀ ਔਰਤ ਨੂੰ ਇੱਕ ਖਾਸ ਵਸੀਲਾ ਬਣਾਇਆ ਤਾਂ ਕਿ ਉਹ ਪਰਮੇਸ਼ਰ ਦੇ ਮਕਸਦਾਂ ਵਿੱਚ ਕਿਸੇ ਤਰ੍ਹਾਂ ਦੀ ਦਖਲ ਅੰਦਾਜ਼ੀ ਨਾ ਕਰੇ। ਉਸਨੇ ਮਰੀਅਮ ਨੂੰ ਇੱਕ ਪਾਸੇ ਰੱਖਿਆ ਹੋਵੇਗਾ ਤਾਂ ਜੋ ਉਸ ਵਿੱਚ ਸਾਰੇ ਮਕਸਦ ਪੂਰੇ ਹੋ ਸਕਣ। ਜੇ ਇਹ ਗੱਲਾਂ ਯੂਸਫ ਦੇ ਮਨ ਵਿੱਚ ਚੱਲ ਰਹੀਆਂ ਸਨ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਸਾਡੀ ਚਰਚਾ ਦਾ ਇੱਕ ਯੋਗ ਵਿਸ਼ਾ ਹੈ ਕਿਉਂਕਿ ਉਹ ਸੱਚਮੁੱਚ ਇੱਕ ਧਰਮੀ ਜਾਂ ਨੇਕ ਬੰਦਾ ਸੀ। ਉਹ ਆਪਣੀ ਨਿੱਜੀ ਸੰਤੁਸ਼ਟੀ ਅਤੇ ਆਸ ਤੋਂ ਵੱਧ ਕੇ ਪਰਮੇਸ਼ਰ ਦੀ ਇੱਛਾ ਨੂੰ ਜ਼ਿਆਦਾ ਮਹੱਤਵਪੂਰਨ ਸਮਝਦਾ ਸੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਮਰੀਅਮ ਦੀ ਮੰਗਣੀ ਯੂਸਫ ਨਾਲ ਹੋ ਚੁੱਕੀ ਸੀ। ਯੂਸਫ ਇੱਕ ਧਰਮੀ ਮਨੁੱਖ ਸੀ, ਪਰ ਜਦੋਂ ਯੂਸਫ ਨੂੰ ਇਹ ਪਤਾ ਲੱਗਾ ਕਿ ਯੂਸਫ ਅਤੇ ਮਰੀਅਮ ਦੇ ਇਕੱਠੇ ਹੋਣ ਤੋਂ ਪਹਿਲਾਂ ਹੀ ਪਵਿੱਤਰ ਆਤਮਾ ਦੇ ਦੁਆਰਾ ਗਰਭਵਤੀ ਪਾਈ ਗਈ ਹੈ। ਵਿਆਹ ਤੋਂ ਪਹਿਲਾਂ ਗਰਭਵਤੀ ਹੋਣਾ ਉਸ ਸਮੇਂ ਯਹੂਦੀ ਸਮਾਜ ਦੇ ਵਿੱਚ ਚੰਗੀ ਗੱਲ ਨਹੀਂ ਸਮਝੀ ਜਾਂਦੀ ਸੀ। ਯੂਸਫ ਇੱਕ ਗੰਭੀਰ ਦੁਵਿਧਾ ਦੇ ਵਿੱਚ ਸੀ ਕਿਉਂਕਿ ਮਰੀਅਮ ਵਿਆਹ ਹੋਣ ਤੋਂ ਪਹਿਲਾਂ ਹੀ ਗਰਭਵਤੀ ਪਾਈ ਗਈ ਸੀ। ਯੂਸਫ ਮਰੀਅਮ ਨੂੰ ਬਦਨਾਮ ਕਰਨਾ ਨਹੀਂ ਚਾਹੁੰਦਾ ਸੀ, ਇਸ ਕਰਕੇ ਉਹ ਮਰੀਅਮ ਨੂੰ ਚੁੱਪਚਾਪ ਤਿਆਗਣ ਦੇ ਉੱਤੇ ਵਿਚਾਰ ਕਰ ਰਿਹਾ ਸੀ। ਅਸੀਂ
ਕਲਪਨਾ ਕਰ ਰਹੇ ਸੀ ਕਿ ਯੂਸਫ ਮਰੀਮ ਦੇ ਬਾਰੇ ਕੀ ਸੋਚ ਰਿਹਾ ਹੋਵੇਗਾ। ਕੀ ਉਹ ਮਰੀਮ ਦੀ ਬੇਵਫਾਈ ਦੇ ਬਾਰੇ ਸੋਚ ਰਿਹਾ ਸੀ, ਜਾਂ ਉਹਦੇ ਨਾਲ ਜ਼ਬਰਦਸਤੀ ਕੀਤੀ, ਜਾਂ ਉਸਦੇ ਨਾਲ ਬਲਾਤਕਾਰ ਕੀਤਾ ਗਿਆ, ਇਸ ਦੇ ਬਾਰੇ ਸੋਚ ਰਿਹਾ ਸੀ। ਯੂਸਫ ਇਹਨਾਂ ਗੱਲਾਂ ਨੂੰ ਲੈ ਕੇ ਵੱਖ-ਵੱਖ ਵਿਕਲਪਾਂ ਦੇ ਬਾਰੇ ਸੋਚ ਰਿਹਾ ਸੀ। ਅਸੀਂ ਇਹਨਾਂ ਗੱਲਾਂ ਦੇ ਜਵਾਬ ਨੂੰ ਵੇਖਿਆ ਕਿ ਮਰੀਮ ਦੇ ਨਾਲ ਅਜਿਹਾ ਕੁਝ ਵੀ ਨਹੀਂ ਹੋਇਆ। ਯੂਸਫ ਨੂੰ ਪਤਾ ਚੱਲਿਆ ਕਿ ਮਰੀਮ ਨੂੰ ਇੱਕ ਮਹਾਨ ਸ਼ਖਸੀਅਤ ਦੇ ਜਨਮ ਦੇ ਲਈ ਚੁਣਿਆ ਗਿਆ ਸੀ, ਤਾਂ ਜੋ ਉਸ ਦੇ ਵਿੱਚ ਆਪਣੇ ਮਕਸਦ ਨੂੰ ਪੂਰਾ ਕਰ ਸਕੇ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਅਤੇ ਇਸ ਤੋਂ ਤੁਹਾਨੂੰ ਸਭਨਾਂ ਨੂੰ ਬਹੁਤ ਆਸ਼ੀਸ਼ ਅਤੇ ਬਰਕਤ ਮਿਲੀ ਹੋਵੇਗੀ। ਜੇਕਰ ਹਾਂ, ਤਾਂ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੇ ਹਨ। ਜੇਕਰ ਤੁਹਾਡੇ ਵਿੱਚੋਂ ਕਿਸੇ ਨੂੰ ਪ੍ਰਾਰਥਨਾ ਦੀ ਲੋੜ ਹੈ ਜਾਂ ਕਿਸੇ ਸਲਾਹ ਮਸ਼ਵਰੇ ਦੀ ਲੋੜ ਹੈ, ਤੁਸੀਂ ਤਾਂ ਵੀ ਸਾਨੂੰ ਫੋਨ ਕਰ ਸਕਦੇ ਹੋ। ਸਾਡੇ ਸਲਾਹਕਾਰਾਂ ਨੂੰ ਤੁਹਾਡੇ ਨਾਲ ਗੱਲਬਾਤ ਕਰਨ ਦੇ ਵਿੱਚ ਬੜੀ ਖੁਸ਼ੀ ਹੋਏਗੀ। ਉਹ ਤੁਹਾਡੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਹਨ। ਹੁਣ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ ਅਤੇ ਇਸ ਦੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਆਓ ਅਖੀਰ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਕਿ ਅੱਜ ਅਸੀਂ ਮਰੀਮ ਤੇ ਯੂਸਫ ਦੀ ਕਹਾਣੀ ਤੋਂ ਪ੍ਰਭੂ ਜੀ ਕੁਝ ਗੱਲਾਂ ਨੂੰ ਸਿੱਖਿਆ। ਪ੍ਰਭੂ, ਅਸੀਂ ਸਿੱਖਿਆ ਕਿ ਮਰੀਮ ਗਰਭਵਤੀ ਸੀ ਔਰ ਉਹ ਆਪਣੇ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਸੀ। ਅਸੀਂ ਜਾਣਿਆ ਕਿ ਉਹ ਪਵਿੱਤਰ ਆਤਮਾ ਦੇ ਦੁਆਰਾ ਗਰਭਵਤੀ ਸੀ ਔਰ ਇੱਕ ਮੁਕਤੀਦਾਤੇ ਨੂੰ ਜਨਮ ਦੇਣ ਵਾਲੀ ਸੀ। ਪਿਤਾ ਪਰਮੇਸ਼ਰ, ਅਸੀਂ ਜਾਣਿਆ ਕਿ ਇਸ ਗੱਲ ਨੂੰ ਲੈ ਕੇ ਯੂਸਫ ਪਰੇਸ਼ਾਨ ਸੀ, ਪਰ ਤੁਸੀਂ ਉਹਦੀ ਪਰੇਸ਼ਾਨੀ ਦਾ ਹੱਲ ਕੱਢਿਆ। ਧੰਨਵਾਦ ਦਿੰਦੇ ਪਿਤਾ ਪਰਮੇਸ਼ਰ ਸਾਰੀ ਗੱਲਾਂ ਵਾਸਤੇ ਔਰ ਇਹਨਾਂ ਵਚਨਾਂ ਵਾਸਤੇ। ਪਿਤਾ, ਅਸੀਂ ਪ੍ਰਾਰਥਨਾ ਕਰਦੇ ਹਾਂ, ਸਾਡੀ ਜ਼ਿੰਦਗੀਆਂ 'ਚ ਬਹੁਤ ਸਾਰੀ ਦੁਵਿਧਾਵਾਂ ਹੋ ਸਕਦੀਆਂ, ਬਹੁਤ ਸਾਰੀ ਸਮੱਸਿਆਵਾਂ ਹੋ ਸਕਦੀਆਂ। ਤੁਸੀਂ ਆਪਣੇ ਵਚਨ ਦੇ ਦੁਆਰਾ ਸਾਡੇ ਨਾਲ ਗੱਲਬਾਤ ਕਰਕੇ ਸਾਨੂੰ ਸ਼ਾਂਤੀ ਦਿਓ। ਆਪਣੇ ਵਚਨ ਦੇ ਦੁਆਰਾ ਸਾਨੂੰ ਪਵਿੱਤਰ ਕਰੋ। ਆਪਣੇ ਵਚਨ ਦੇ ਦੁਆਰਾ ਸਾਨੂੰ ਆਜ਼ਾਦ ਕਰੋ। ਧੰਨਵਾਦ ਦਿੰਦੇ ਪਿਤਾ ਪਰਮੇਸ਼ਰ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਦੇ ਹੋ। ਯਿਸੂ ਜੀ ਦੇ ਪਵਿੱਤਰ ਨਾਮ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।